ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 41ਵਾਂ ਮਹੱਲਾ ਪਹਿਲਾ। ਪੜ੍ਹੀ ਪੁਸਤਕ ਸੰਧਿਆਵਾਦੰ ਸਿਰ ਪੂਜਸ ਮੰਗਲ ਸਵਾਦਮ ਮੁਖ ਝੂਠ ਵਿਭੂਖਣ ਸਾਰੰ ਤ੍ਰਹਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਰ ਕਪਾਟੰ। ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਕਹੋ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ। ਇੱਥੇ ਸਤਿਗੁਰ ਸਮਝਾਉਂਦੇ ਨੇ ਪਿੱਛੇ ਜੋ ਪ੍ਰਚਲਿਤ ਮੱਤਾਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਸਤਿਗੁਰਾਂ ਨੇ ਭਗਤ ਗੁਰੂ ਸਾਹਿਬਾਨਾਂ ਨੇ ਸਮੇਂ ਸਮੇਂ ਅਨੁਸਾਰ ਸੰਗਤ ਨੂੰ ਗੁਰ ਉਪਦੇਸ਼ ਦੇ ਕੇ ਗੁਰਧਾਰਨੀ ਬਣਾ ਕੇ ਅੱਗੇ ਖਾਤਰ ਪ੍ਰੇਰਿਆ। ਜਿੰਨੇ ਪਿੱਛੇ ਪ੍ਰਚਲਿਤ ਧਰਮ ਸੀਗੇ ਉਹ ਸਾਰੇ ਸਰੀਰ ਤੱਕ ਸੀਮਤ ਸੀਗੇ। ਪਿੱਛੇ ਵੀ ਆਪਾਂ ਵਿਚਾਰਦੇ ਆਏ ਹਾਂ, ਇਹ ਸਾਰਾ ਗਿਆਨ ਦਾ ਸਮੁੰਦਰ ਹੈ ਆਸਾ ਕੀ ਵਾਰ। ਜਿੰਨੀਆਂ ਮੱਤਾਂ ਬਾਹਰ ਹੁੰਦਾ ਉਹਨੂੰ ਸਮਝਾਉਣਾ, ਉਹਦੀ ਅਗਿਆਨਤਾ ਤੇ ਉਹਦੇ ਜੋ ਸਮਝੀ ਬੈਠਾ ਜੋ ਉਹਦੇ ਅੰਦਰ ਭਰਮ ਹੈ ਉਹ ਭਰਮ ਨੂੰ ਕੱਢ ਦੇਣਾ। ਗਿਆਨ ਖੜਗ ਲੈ ਮਨਸਿਓ ਲੂਝੇ ਮਨਸਾ ਮਨੇ ਸਮਾਈਏ। ਕਿਉਂਕਿ ਜਿਹੜੇ ਪਿੱਛੇ ਪ੍ਰਚਲਿਤ ਧਰਮ ਸੀ ਅਸੀਂ ਹੁਣ ਵੀ ਕਰਦੇ ਹਾਂ, ਪਰਿਵਰਤਨ ਆ ਗਿਆ, ਕਰੀ ਉਹੀ ਕੁਝ ਜਾਂਦੇ ਹਾਂ। ਅਸੀਂ ਕੋਈ ਵੀ ਧਰਮ ਕਰਮ ਕਰਦੇ ਹਾਂ ਸਾਡੇ ਅੰਦਰ ਉਹ ਇੱਛਾ ਪੈਦਾ ਹੋ ਜਾਂਦੀ ਹੈ, ਜਿਵੇਂ ਪਾਠ ਕਰਦੇ ਹਾਂ ਵੀ ਸਾਨੂੰ ਧਨ ਜ਼ਿਆਦਾ ਆਵੇ, ਜੇ ਅਸੀਂ ਪਾਠ ਕਰਾਈਏ ਕਰੇ ਸਾਡਾ ਹੋਰ ਧਨ ਵੱਧ ਜਾਵੇ, ਸਾਡੀ ਸੰਸਾਰ 'ਚ ਵਡਿਆਈ ਹੋਵੇ, ਇਹ ਜੋ ਭਰਮ ਪੈਦਾ ਹੁੰਦਾ ਹੈ ਉਹੀ ਤਾਂ ਸਤਿਗੁਰਾਂ ਨੇ ਸਮਝਾਇਆ ਸੰਸਾਰ ਨੂੰ। ਸਮੇਂ ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨ ਉਪਦੇਸ਼ ਦੇ ਕੇ ਉਹਨਾਂ ਨੂੰ ਅੱਗੇ ਜਾਣ ਲਈ ਪ੍ਰੇਰਿਆ। ਜਿੱਥੋਂ ਆਤਮਾ ਟੁੱਟ ਕੇ ਆਈ ਆ ਹਰ ਵਿਸਰਤ ਸਦਾ ਖੁਆਰੀ ਭਾਈ। ਆਤਮਾ ਉਹਦੇ ਮੂਲ ਹਰ ਨੂੰ ਵਿਛੜ ਗਈ ਹੈ, ਇਹਦੀ ਹੁਣ ਖੁਆਰੀ ਹੈ, ਇਹ ਜੰਮਣ ਮਰਨ 'ਚ ਪਈ ਹੋਈ ਹੈ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ, ਜਿਹੜੇ ਰੋਗ ਨੇ ਸਾਨੂੰ 84 ਲੱਖ ਜੋਨੀ ਨੂੰ ਜਾਣਾ ਪੈਂਦਾ ਹੈ। ਉਹਦਾ ਕਾਰਨ ਕੀ ਹੈ? ਅਸੀਂ ਆਪਦੇ ਮੂਲ ਹਰ ਨੂੰ ਭੁੱਲ ਗਏ, ਇਸ ਕਰਕੇ ਸਾਡਾ ਜੰਮਣ ਮਰਨ। ਕੱਲ੍ਹ ਵੀ ਆਪਾਂ ਵਿਚਾਰਿਆ ਸੀ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਦੇਖ ਰਹੇ ਹਾਂ ਸੰਸਾਰ ਦਾ ਕੀ ਹਾਲ ਹੋ ਰਿਹਾ। ਅਸੀਂ ਪੰਕਤੀਆਂ ਦਾ ਮਿਸਯੂਜ਼ ਕਰਕੇ ਉਹਨੂੰ ਦੂਜਿਆਂ 'ਤੇ ਠੋਕ ਦਿੰਦੇ ਹਾਂ, ਦੂਏ ਧਰਮਾਂ ਦੇ ਉੱਪਰ ਜਾਂ ਸਾਡੇ ਵਿਰੋਧੀਆਂ 'ਤੇ। ਐਸੀ ਗੱਲ ਨਹੀਂ ਭਾਈ, ਸਾਰਿਆਂ ਨੂੰ ਉਪਦੇਸ਼ ਹੈ, 4 ਵਰਨਾਂ ਕੋ ਉਪਦੇਸ਼ ਸਾਂਝਾ। ਫਿਰ ਤੁਹਾਡਾ ਇਕੱਲਿਆਂ ਦਾ ਕਿਵੇਂ ਹੋ ਗਿਆ ਇਹ? ਉਹਨੂੰ ਸਮਝਣਾ ਵਾ ਆਪਾਂ। ਉਹੀ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਈਆਂ। ਇਹ ਭਗਤ ਮਾਰਗ ਹੈ ਭਾਈ। ਜਦੋਂ ਸੰਸਾਰ 'ਚੋਂ ਅਸੀਂ ਮੁਕਤ ਹੋਣਾ ਹੈ, ਸੰਸਾਰ 'ਚੋਂ ਛੁਟਕਾਰਾ ਪਾਉਣਾ ਹੈ, ਇੱਛਾ ਤੋਂ ਮੁਕਤ ਹੋਣਾ, ਤਾਂ ਸਾਨੂੰ ਗੁਰਬਾਣੀ ਨਾਲ ਗੁਰ ਕੇ ਚਰਨਾਂ ਨਾਲ ਜੁੜਨਾ ਪਊਗਾ। ਇਹ ਭਗਤ ਮਾਰਗ ਨਾਲ ਲੱਗਣਾ ਪਊਗਾ। ਜਦੋਂ ਅਸੀਂ ਇੱਧਰ ਲੱਗ ਜਾਂਦੇ ਹਾਂ ਸੰਸਾਰ ਛੱਡ ਦਿੰਦੇ ਹਾਂ, ਅਸੀਂ ਭਗਤ ਮਾਰਗ 'ਤੇ ਚੱਲਦੇ ਹਾਂ। ਫਿਰ ਜਿਹੜੇ ਭਗਤ ਮਾਰਗ 'ਤੇ ਚੱਲਦੇ ਨੇ ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਇਹ ਸਾਡਾ ਵਿਸ਼ਾ ਹੋਣਾ ਚਾਹੀਦਾ। ਸਿੱਖਾਂ ਦਾ ਵਿਚਾਰ 'ਚ ਇਹ 'ਚੋਂ ਗਿਆਨ ਪੈਦਾ ਹੁੰਦਾ, ਫਿਰ ਸਾਨੂੰ ਸਮਝ ਆਉਂਦੀ ਹੈ। ਪਿੱਛੇ ਜਿਹੜੇ ਧਰਮ ਸੀ, ਜਿਵੇਂ ਯੋਗੀ ਸੀ ਘਰ-ਬਾਰ ਛੱਡ ਕੇ ਚਲੇ ਜਾਂਦੇ ਸੀ, ਭਗਤੀਆਂ ਕਰਦੇ ਸੀ ਸਰੀਰ ਕਰਕੇ, ਯੋਗ ਕਰਦੇ ਸੀ, ਉਹ ਵਿਧੀਆਂ ਸੀ ਉਹਨਾਂ ਦੀਆਂ ਬਥੇਰੇ, ਉਹਨਾਂ ਦੀਆਂ ਆਸਣ ਹੈਗੇ ਨੇ। ਜੇ ਆਪਾਂ ਉਹਨੂੰ ਵਿਚਾਰਾਂਗੇ ਉਹ ਲੰਬਾ ਹੋ ਜੂ ਕੰਮ। ਇਹ ਤਾਂ ਸਮਝਣ ਖਾਤਰ ਨੇ ਆਪਾਂ ਨੂੰ। ਅਸਲ ਟਾਰਗੇਟ ਆਪਣਾ ਬਾਣੀ ਨੂੰ ਸਮਝਣਾ। ਸਤਿਗੁਰੂ ਸਾਨੂੰ ਕੀ ਸਮਝਾ ਰਿਹਾ ਹੈ? ਕਾਲ ਤੋਂ ਮੁਕਤ ਕਰ ਰਹੀ ਹੈ ਬਾਣੀ, ਸਾਨੂੰ ਮੁਕਤੀ ਦੇ ਰਹੀ ਹੈ। ਪਿੱਛੇ ਪ੍ਰਚਲਿਤ ਜਿੰਨੇ ਵੀ ਧਰਮ ਸੀ ਕਿਸੇ 'ਚ ਮੁਕਤੀ ਦੀ ਵਾਲੀ ਗੱਲ ਹੀ ਨਹੀਂ ਕੋਈ। ਪਿੱਛੇ ਵੀ ਪੜ੍ਹਿਆ ਆਪਾਂ ਉੱਡ ਡਰਾਵਾ ਝਾਟੇ ਪਾਏ, ਵੇਖੋ ਲੋਕ ਹੱਸੇ ਘਰ ਜਾਏ, ਰੋਟੀਆਂ ਕਾਰਨ ਪੂਰੇ ਤਾਲ। ਹੁਣ ਵੀ ਉਹੀ ਕੰਮ ਚੱਲ ਰਿਹਾ, ਪਰਿਵਰਤਨ ਆ ਗਿਆ ਵਾ। ਫਿਰ ਉਦੋਂ ਬਾਅਦ ਉਹ ਰੂਪ ਕਰੇ ਸਿੰਗਾਰ। ਉਹ ਪਿੱਛੇ ਆਪਾਂ ਰਾਮ ਲੀਲਾ ਕ੍ਰਿਸ਼ਨ ਲੀਲਾ ਉਹ ਦੇਖਦੇ ਸੀ, ਫਿਰ ਉਹਨਾਂ ਦੇ ਰੂਪ ਕਰਦੇ ਸੀ। ਇਹਨੂੰ ਹੀ ਧਰਮ ਮੰਨਿਆ ਜਾਂਦਾ ਸੀ। ਇਵੇਂ ਪੰਡਤ ਬਾਰੇ ਸਤਿਗੁਰੂ ਸਮਝਾ ਰਹੇ ਨੇ। ਬ੍ਰਹਮ ਗਿਆਨ ਵਿਚਾਰਨ ਵਾਲੇ
ਆਪਦੇ ਮੂਲ ਤੋਂ ਭੱਟ ਗਏ, ਵੇਦ ਛੱਡਤੇ ਉਹਨਾਂ ਨੇ, ਉਹ ਪੰਡਤ ਬਣ ਗਏ। ਇਹ ਪੰਡਤਾਂ ਦਾ ਧਰਮ ਸੀ। ਸੰਸਾਰ ਉਹਨਾਂ ਦੇ ਪਿੱਛੇ ਲੱਗਦਾ ਸੀਗਾ, ਕਿਉਂ ਗਿਆਨ ਇਹੋ ਜਿਹਾ ਦਿੰਦੇ ਸੀ। ਉਹ ਮੂਰਤੀ ਦਰਸ਼ਨ ਕਰਾਉਂਦੇ ਸੀ। ਇਹ ਸਾਰਾ ਝੂਠ ਬੋਲ ਕੇ ਇਹ ਧਰਮ ਪ੍ਰਚਾਰਿਆ ਜਾਂਦਾ ਸੀਗਾ। ਸਤਿਗੁਰਾਂ ਨੇ ਸਮਝਾਇਆ, ਪੜ੍ਹੀ ਪੁਸਤਕ ਸੰਧਿਆਵਾਦ, ਜਿਵੇਂ ਜੋਗੀ ਜੋਗ ਮਿਲਾਪ ਖਾਤਰ ਹੁਕਮ ਨਾ ਇੱਕਮਿਕ ਹੋਣ ਖਾਤਰ ਇਹ ਯੋਗ ਕਰਦੇ ਸੀਗੇ, ਇਵੇਂ ਆਤਮਾ ਨੇ ਜਦੋਂ ਪ੍ਰਾਤਮਾ 'ਚ ਲੈ ਹੋਣਾ, ਇਹ ਯੋਗ ਹੈ, ਇਹ ਬਾਣੀ। ਇਹ ਯੋਗ ਕੀ ਹੈ? ਇਹ ਗਿਆਨ ਰਾਹੀਂ ਹੈ। ਉਹ ਯੋਗ ਕੀ ਕਰਦੇ ਸੀ? ਹਟ ਰਾਹੀਂ। ਪੰਡਿਤ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਮੁਕਤੀ ਦਾ, ਉਹ ਤਾਂ ਮਾਇਆ ਨਾਲ ਜੁੜਿਆ ਹੋਇਆ। ਮਾਇਆ ਲੈਂਦਾ ਹੈ, ਮਾਇਆ ਦੀ ਗੱਲ ਕਰਦਾ ਹੈ, ਉਹਦਾ ਤਾਂ ਮੁਕਤੀ ਦਾ ਵਿਸ਼ਾ ਹੀ ਨਹੀਂ ਹੈਗਾ। ਗੁਰਮਤ ਦਾ ਇੱਕ ਹੀ ਟਾਰਗੇਟ ਹੈ, ਜੀਵਾਤਮਾ ਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਪ੍ਰਵੇਸ਼ ਕਰ ਦੇਣਾ। ਇਹ ਕੀ ਹੈ? ਦੁੱਖ ਸਾਗਰ ਇਹ ਮ੍ਰਿਤ ਲੋਕ ਹੈ। ਅਸੀਂ ਇੱਥੇ ਸੁੱਖ ਭਾਲੀ ਜਾਂਦੇ ਹਾਂ। ਇਹ ਤਾਂ ਸਾਨੂੰ ਛੱਡਣਾ ਪੈਣਾ ਵਾ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਕਿਵੇਂ ਫਿਰ ਇੱਕ ਹੋ? ਇਹ ਜੀਵ ਆਤਮਾ ਪ੍ਰਾਤਮਾ ਕਿਵੇਂ ਇੱਕ ਹੋਊਗੀ? ਇਹ ਯੋਗ ਕਿਵੇਂ ਹੋਊਗਾ? ਆਨੰਦ ਸਾਹਿਬ ਦੀ ਬਾਣੀ ਆਪਾਂ ਲੈਂਦੇ, ਸਤਿਗੁਰਾਂ ਦੇ ਵਚਨ, ਤੀਜੀ ਪਾਤਸ਼ਾਹੀ ਦੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਦੋਂ ਗੁਰ ਕਿਰਪਾ ਹੁੰਦੀ ਹੈ ਸਾਡੇ 'ਤੇ, ਪਰ ਗੁਰ ਕਿਰਪਾ ਸਾਡੇ 'ਤੇ ਤਾਂ ਹੋਊਗੀ, ਅਸੀਂ ਤਾਂ ਲੋਕਾਂ ਦੀ ਕਿਰਪਾ ਕਰੀ ਜਾਂਦੇ, ਆਪ ਨਹੀਂ ਪੜ੍ਹਦੇ, ਦੂਏ ਨੂੰ ਉਪਦੇਸ਼ ਕਰਦੇ ਹਾਂ ਅਸੀਂ। ਗੁਰ ਕਿਰਪਾ ਹੁੰਦੀ ਹੈ, ਗੁਰ ਸ਼ਬਦ ਦੇ ਗਿਆਨ ਦੀ ਕਿਰਪਾ, ਗੁਰਦੇਵ ਦੀ ਕਿਰਪਾ। ਇਹ ਤਾਂ ਆਪਾਂ ਲੈਣੀ ਸੀ। ਜਿਵੇਂ ਜਿਵੇਂ ਗਿਆਨ ਵੱਧਦਾ ਹੈ ਤਾਂ ਆਤਮਾ ਜਾਗ ਜਾਂਦੀ ਹੈ। ਬਾਣੀ ਦੇ ਵਿੱਚ ਜੀਵਨ ਨੂੰ ਸੁੱਤਾ ਮੰਨਿਆ ਹੋਇਆ। ਸੁੱਤਾ ਭਾਵ ਜੋ ਆਪਣਾ ਕੰਮ ਕਰਨ ਆਇਆ ਸੀ ਉੱਧਰੋਂ ਭੁੱਲਿਆ ਹੋਇਆ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਏ। ਗੁਰਮਤਿ ਅਨੁਸਾਰ ਕਿਵੇਂ ਮਿਲਾਪ ਹੋਊ, ਮਨ ਚਿੱਤ ਕਿਵੇਂ ਹੋਣਗੇ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਆਪਾਂ ਆਨੰਦ ਸਾਹਿਬ ਸਮਝਾਉਂਦੇ ਨੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਦੋਂ ਆਤਮਾ ਜਾਗ ਜਾਂਦੀ ਹੈ, ਰਾਤ ਦੀ ਸਾਡਾ ਜਿਹੜਾ ਜੀਵਨ ਹੈ, ਅਗਿਆਨਤਾ ਦੀ ਰਾਤ ਆ, ਸਮਾਪਤ ਹੋ ਜਾਂਦੀ ਹੈ। ਸਾਡਾ ਅੰਮ੍ਰਿਤ ਵੇਲਾ ਹੋ ਜਾਂਦਾ। ਕਿਹਨਾਂ ਦਾ ਹੁੰਦਾ? ਜਿਹੜੀਆਂ ਆਤਮਾ ਜਾਗ ਜਾਂਦੀ ਹੈ, ਫਿਰ ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਉਹੀ ਤਾਂ ਮੁਕਤੀ ਹੈ ਭਾਈ। ਨਾ ਤਾਂ ਇਹ ਪੰਡਤ ਕੋਲੇ ਉਪਦੇਸ਼ ਹੈ, ਨਾ ਜੋਗੀਆਂ ਕੋਲੇ ਆ। ਇਹ ਪਿੱਛੇ ਜੋ ਪ੍ਰਚਲਿਤ ਧਰਮ ਆਉਂਦੇ ਸੀ, ਇਹ ਸਾਰੇ ਸਰੀਰ ਦੀਆਂ ਲੋੜਾਂ ਕਰਕੇ ਸੀ। ਕੁਦਰਤ ਦਾ ਜਿਹੜਾ ਸੀਗਾ ਪਾਲਣਾ, ਕੁਦਰਤ ਨੇ ਜਿਹੜੀ ਪਰਵਰਿਸ਼ ਕਰਨੀ, ਉਹ ਕਿਵੇਂ ਕਿਵੇਂ ਕਰਦੀ ਆ, ਉਹਨਾਂ ਦਾ ਤੁਹਾਨੂੰ ਗਿਆਨ ਹੀ ਨਹੀਂ ਸੀਗਾ। 3 ਲੋਕਾਂ ਦਾ ਗਿਆਨ ਹੈ ਬਾਣੀ ਦੇ ਵਿੱਚ, ਪਰ ਬਹੁਤ ਝੂਠ ਬੋਲਿਆ ਗਿਆ ਪਿੱਛੇ। ਧਰਮ ਗ੍ਰੰਥ ਝੂਠ ਬੋਲ ਬੋਲ ਕੇ ਭਰੇ ਹੋਏ ਨੇ। ਸਤਿਗੁਰਾਂ ਨੇ ਆਨੰਦ ਸਾਹਿਬ 'ਚ ਹੀ ਆਪਾਂ ਨੂੰ ਸਮਝਾਇਆ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਥੇ ਸਾਰ ਨਾ ਜਾਣੀ। ਉਹਨਾਂ ਵਿੱਚ ਪੁੰਨ ਪਾਪ ਦੀ ਵਿਚਾਰ ਹੈ ਭਾਈ। ਬਾਣੀ ਕਹਿੰਦੀ ਹੈ, ਪਾਪ ਪੁੰਨ ਹਮਰੇ ਵਸ ਨਹੀਂ, ਪਾਪ ਪੁੰਨ ਤਾਂ ਪਈ ਕਹਾਵਤ। ਉਹ ਪੁੰਨ ਪਾਪ ਨਾਲ ਅਸੀਂ ਜੁੜ ਜਾਂਦੇ ਹਾਂ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਲੋਭੀ ਮਨ ਹੈ, ਬੁੱਧੀ ਮਨ ਨੂੰ ਸਮਝਾਉਂਦੀ ਹੈ, ਮਨਾ ਨਿਗਾਹ ਮਾਰ ਕੇ ਦੇਖ, ਤੂੰ ਇੱਥੇ ਲੈ ਕੇ ਕੀ ਆਇਆ। ਆਪਾਂ ਵੀ ਇਹੀ ਨਿਗਾਹ ਮਾਰਨੀ ਹੈ ਗੁਰਸ਼ਬਦ ਦੇ ਗਿਆਨ ਨਾਲ ਲੈ ਕੇ, ਵੀ ਜਦੋਂ ਜੀਵ ਸੰਸਾਰ 'ਚ ਆਉਂਦਾ ਤੇ ਕੋਲੇ ਕੁਛ ਤਾਂ ਹੁੰਦਾ ਨਹੀਂ ਗਾ। ਦੇਹੀ ਤਾਂ ਉਹਦੀ ਕਿਰਪਾ ਨਾਲ ਮਿਲਦੀ, ਫਿਰ ਇਹ ਦਾਨ ਕਿਵੇਂ ਕਰ ਸਕਦਾ ਭਾਈ। ਫਿਰ ਬਾਣੀ 'ਚ ਆਪਣੇ ਕੋਲ ਅਨੇਕਾਂ ਉਪਦੇਸ਼ ਨੇ ਵੀ ਕੁਦਰਤ ਨੇ ਸਭ ਕੁਛ ਬਣਾਇਆ, ਸਰਗੁਣ ਸਤ ਸਰੂਪ ਦੇ ਰਾਹੀਂ ਸਾਨੂੰ ਮਿਲ ਰਿਹਾ ਵਾ। ਅਸੀਂ ਤਾਂ ਆਪ ਹੀ ਸਰਗੁਣ ਸਾਰੇ ਗੁਣ ਪੂਰੇ ਮੰਨੀ ਬੈਠੇ ਹਾਂ, ਸਾਰੀਆਂ ਕਲਾਂ ਪੂਰੀਆਂ ਕਰੀ ਬੈਠੇ ਹਾਂ। ਇਹ ਸਭ ਝੂਠ ਹੈ। ਉਹ ਤੋਂ ਹੀ ਬਾਣੀ ਪਰਦਾ ਚੱਕਦੀ ਹੈ। ਅੱਜ ਵੀ ਉਹੀ ਹਾਲ ਆ, ਅਸੀਂ ਵੀ ਉਹੀ ਕਰੀ ਜਾਂਦੇ ਹਾਂ। ਪੜ੍ਹਨ ਪੜ੍ਹਾਉਣ ਵਾਲੀ ਗੱਲ ਇਹ ਹੈ, ਬੁੱਝਦਾ ਕੋਈ ਵੀ ਨਹੀਂ ਹੈ, ਵਿਚਾਰਦਾ ਕੋਈ ਨਹੀਂ। ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣ। ਬੁੱਝਣ ਵਾਲੀ ਗੱਲ ਹੈ ਭਾਈ। ਹੁਣ ਬੁੱਝਾਂਗੇ ਤਾਂ ਜੇ ਗਿਆਨ ਹੋਊਗਾ। ਗਿਆਨ ਤਾਂ ਹੋਊ ਜੇ ਗੁਰਸ਼ਬਦ ਦੀ ਕਮਾਈ ਕਰਾਂਗੇ, ਭਾਣੇ 'ਚ ਰਹਾਂਗੇ। ਬਾਣੀ ਸਾਨੂੰ ਭਾਣੇ 'ਚ ਲਿਆਉਂਦੀ ਹੈ। ਇਸ ਤਰ੍ਹਾਂ ਨਾਲ ਆਪਣਾ ਜਿਹੜਾ ਹੈਗਾ ਮਨ ਚਿੱਤ ਦਾ ਮਿਲਾਪ ਹੁੰਦਾ ਵਾ। ਇਹਦੀ ਸਾਡੀ ਰਾਤ ਖਤਮ ਹੋ ਜਾਂਦੀ, ਅੰਮ੍ਰਿਤ ਵੇਲਾ ਹੋ ਜਾਂਦਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਆਤਮਾ ਜਾਗ ਜਾਂਦੀ। ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ। ਇਸ ਦਾ ਵੀ ਇਹੀ ਭਾਵ ਹੈ ਬਾਬਾ ਫਰੀਦ ਜੀ ਦੇ ਸਲੋਕ ਦਾ। ਤੂੰ ਸੁੱਤਾ ਸੌਂ ਗਿਆ ਮਨ ਆ ਕੇ। ਐ ਨਹੀਂ ਸੌਂ ਗਿਆ, ਆਇਆ ਸੀ ਆਪਦਾ ਕੰਮ ਕਰਨ। ਜਿਹੜਾ ਕੰਮ ਕਰਨ ਆਇਆ ਸੀ ਉਹ ਭੁੱਲ ਗਿਆ। ਆਇਆ ਸੁਣ ਪੜ੍ਹਨ ਕੋ ਬਾਣੀ,
ਮੁਕਤੀ ਲੈਣ ਆਇਆ ਸੀ, ਮੁਕਤੀ ਭੁੱਲ ਗਿਆ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹੀ ਸਤਿਗੁਰ ਸਮਝਾਉਂਦੇ ਨੇ ਵੀ ਜਿਹੜਾ ਧਰਮ ਹੁੰਦਾ ਹੈ ਇਹ ਤਾਂ ਸੁੱਖ ਦਿੰਦਾ, ਪਰ ਅੱਜ ਸਾਨੂੰ ਧਰਮ ਕੀ ਕਰਦੇ ਨੇ, ਗੁੰਮਰਾਹ ਕਰਦੇ ਨੇ। ਉਹ ਧਰਮ ਨਹੀਂ ਹੈਗੇ, ਉਹ ਮਾਨਵ ਸੋਚਾਂ ਨੇ। ਫਾਸਣ ਕੀ ਵਿਦ ਸਭ ਕੁਝ ਜਾਣੇ, ਉਹ ਨਹੀਂ ਆਪਾਂ ਵਿਚਾਰ ਨਹੀਂ ਹੈਗੀ। ਇਹ ਫਸਾਉਣਾ ਹੀ ਜਾਣਦੇ ਨੇ। ਛੁੱਟਣ ਕੀ ਹੈ, ਕੋਈ ਜਿਹਨੇ ਛੁੱਟਣਾ ਉਹਨੂੰ ਫਿਰ ਗੁਰੂ ਕੇ ਲੱਗਣਾ ਪਊਗਾ, ਗੁਰੂ ਕੇ ਚਰਨਾਂ ਨਾਲ ਜੁੜਨਾ ਪਊਗਾ, ਗੁਰੂ ਦੀ ਸ਼ਰਨ ਆਉਣਾ ਪਊਗਾ। ਗੁਰੂ ਦੀ ਸ਼ਰਨ ਕਿਵੇਂ ਜਾਵਾਂਗੇ? ਗੁਰ ਸ਼ਬਦ ਦੇ ਗਿਆਨ ਨਾਲ। ਮਨ ਤਾਂ ਹੰਕਾਰੀ ਹੈ, ਇਹ ਤਾਂ ਹੰਕਾਰ ਰੂਪ ਹੈ, ਇਹ ਤਾਂ ਹੁਕਮ ਦਾ ਵਿਰੋਧ ਕਰਦਾ। ਕਿਵੇਂ ਜਾਊਗਾ? ਗੁਰ ਸ਼ਬਦ ਨਾਲ, ਗੁਰ ਸ਼ਬਦ ਦੇ ਗਿਆਨ ਨਾਲ, ਵਿਚਾਰ ਨਾਲ ਜਿਹੜਾ ਗਿਆਨ ਪੈਦਾ ਹੋਊ, ਫਿਰ ਇਹਦਾ ਹੰਕਾਰ ਜਾਣਾ ਵਾ। ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਫਿਰ ਇਹ ਸਮਾਪਤੀ ਹੁੰਦੀ ਹੈ ਭਾਈ। ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਹਾਂ, ਫਿਰ ਸਾਡੀ ਹਉਮੈ ਜਾਂਦੀ ਹੈ। ਫਿਰ ਸਾਨੂੰ ਦਰਗਾਹ ਭਾਵਦਰ ਆਤਮਾ ਦਾ ਦੇਸ਼, ਜਿਹਨੂੰ ਕਹਿ ਲਈ ਨਿਰਾਕਾਰ, ਫਿਰ ਸਾਨੂੰ ਪਤਾ ਲੱਗਦਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ, ਪੜ੍ਹੀ ਪੁਸਤਕ ਸੰਧਿਆ ਬਾਦਮ, ਸਿਲ ਪੂਜਸ ਬੁਗਲ ਸਮਾਦਮ। ਧਰਮ ਗ੍ਰੰਥ ਵੀ ਪੜ੍ਹਦੇ ਨੇ, ਵਾਦ ਵਿਵਾਦ ਵੀ ਕਰਦੇ ਨੇ। ਵਾਦ ਵਿਵਾਦ ਮਿਟਾਉਣ ਖਾਤਰ ਤਾਂ ਬਾਣੀ ਪੜ੍ਹਨੀ ਹੈ ਭਾਈ। ਇਹ 'ਚ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਬਾਣੀ ਨੂੰ ਵਿਚਾਰਦੇ ਹਾਂ, ਇਹ 'ਚ ਤਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਨਿਰਭਉ ਸਾਨੂੰ ਗੁਣ ਮਿਲ ਜਾਂਦਾ ਹੈ, ਭੈ ਤੋਂ ਮੁਕਤ ਹੋ ਜਾਂਦੇ ਹਾਂ, ਨਿਰਵੈਰ ਹੋ ਜਾਂਦੇ ਹਾਂ, ਸੰਸਾਰ ਨਾਲ ਵਿਰੋਧ ਸਾਡਾ ਖਤਮ ਹੋ ਜਾਂਦਾ ਹੈ। ਪਰ ਸਾਡਾ ਵਾਦ ਵਿਵਾਦ ਔਕਣੀ ਚੱਲ ਰਿਹਾ। ਫਿਰ ਸਾਡਾ ਵਿਸ਼ਾ ਕੀ ਹੈ? ਵਿਚਾਰ। ਧਰਮ ਦਾ ਵਿਸ਼ਾ ਕੀ ਹੈ? ਵਿਚਾਰ। ਉਹ ਅਸੀਂ ਕਰਦੇ ਨਹੀਂ। ਜਿਹੜਾ ਵਿਚਾਰ ਕਰੂਗਾ ਉਹੀ ਨਿਕਲੂਗਾ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਬਾਣੀ ਗੁਣਾਂ ਦਾ ਜਸ ਕਰਦੀ ਹੈ, ਕੁਦਰਤ ਦਾ। ਕੋ ਨਾਨਕ ਕਰਤੇ ਕੀਆਂ ਬਾਤਾਂ, ਆਪਾਂ ਵੀ ਵਿਚਾਰਨਾ ਹੈ, ਫਿਰ ਆਪਾਂ ਨੂੰ ਇਹ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਇਹ ਗੁਣ ਆਤਮਾ ਦੇ ਨੇ, ਜਿਹੜੇ ਬਾਹਰਲੇ ਨੇ ਮਾਇਆ ਦੇ, ਉਹ ਸਰੀਰ ਕਰਕੇ ਨੇ। ਸਿਲ ਪੂਜਸ ਬੁਗਲ ਸਮਾਗ, ਸਿਲਾਂ ਨੂੰ ਪੂਜਦੇ, ਪੱਥਰਾਂ ਨੂੰ ਪੂਜਦੇ ਸੀ। ਕਹਿੰਦੇ ਇਹਦੇ ਵਿੱਚੋਂ ਤੈਨੂੰ ਭਾਈ ਜੋ ਵੀ ਉਹ ਸਿਲਾ ਬਣਾ ਲੈਂਦੇ ਸੀ, ਉਹਦਾ ਤੈਨੂੰ ਦਰਸ਼ਨ ਹੋਊਗਾ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਸਾਡਾ। ਅਸੀਂ ਕੁਦਰਤ ਨੂੰ ਮਹਿਸੂਸ ਕਰ ਸਕੀਏ, ਸਾਡੇ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਭਰਮ ਜ਼ਰੂਰ ਪੈ ਜਾਂਦਾ ਹੈ। ਭਰਮ ਧਰਮਾਂ 'ਚੋਂ ਪੈ ਜਾਂਦਾ। ਜਿਹੜੇ ਕਰਮ ਕਰਦੇ ਹਾਂ ਅਸੀਂ ਸਾਰੇ ਪਖੰਡ, ਧਰਮ ਕਰਮ ਪਖੰਡ ਜੋ ਦੀਸੇ ਜੰਮ ਜਗਾਤੀ ਲੋਟੇ, ਐਂ ਚੱਲਦਾ ਆਉਂਦਾ ਸੀ ਪਿੱਛੇ। ਹੁਣ ਵੀ ਇਹੀ ਚੱਲ ਰਿਹਾ। ਹੁਣ ਵੀ ਉਹੀ ਨਿਕਲਣਗੇ ਜਿਹੜੇ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਗੇ, ਭਾਣੇ 'ਚ ਰਹਿਣਗੇ, ਬਾਣੀ ਨੂੰ ਸੱਤ ਕਰਕੇ ਮੰਨਣਗੇ। ਬੰਗਲੇ ਦੀ ਸਮਾਧੀ, ਬੰਗਲਾ ਵਾ ਜਿਵੇਂ ਉਹ ਟੋਭੇ ਦੇ ਕਿਨਾਰੇ ਜਾਂ ਪਾਣੀ ਦੇ ਕਿਨਾਰੇ ਬਹਿ ਜਾਂਦਾ, ਅੱਖਾਂ ਮੀਚ ਲੈਂਦਾ। ਉਹਦੇ ਕੋਲ ਦੀ ਜੋ ਜਾਨਵਰ ਨਿਕਲਦੇ ਨੇ, ਡੱਡੂ ਜੋ ਵੀ, ਉਹ ਪਾਣੀ 'ਚ ਰਹਿੰਦੇ ਨੇ, ਜਦੋਂ ਕੋਲੇ ਆਉਂਦੇ ਨੇ ਉਹਨੂੰ ਫੜ ਕੇ ਖਾ ਜਾਂਦਾ ਹੈ। ਇਵੇਂ ਭਗਤੀਆਂ ਬਾਰੇ ਸਤਿਗੁਰਾਂ ਨੇ ਸਮਝਾਇਆ। ਜਿੰਨੇ ਵੀ ਹੁਣ ਅਸੀਂ ਦੇਖਦੇ ਹਾਂ, ਸਾਰੇ ਬੰਗਲੇ ਸਮਾਧਾਂ ਵਾਲੇ ਨੇ। ਦੇਖਦੇ ਨੇ ਕਿੰਨੇ ਗ੍ਰਾਹਕ ਆਏ, ਅਲੱਗ-ਅਲੱਗ ਦਿਨਾਂ ਆਪਦੇ ਬਣਾਏ ਹੋਏ ਨੇ ਵੀ ਇਹ ਦਿਨ ਦੇ ਵਿੱਚ ਧਰਮ ਪੈਦਾ, ਇਹ ਦਿਨ ਦੇ ਵਿੱਚ ਤੁਹਾਨੂੰ ਆਹ ਮਿਲੂਗਾ। ਫਿਰ ਉਹ ਅਸੀਂ ਹੁੱਬ ਕੇ ਜਾਂਦੇ ਹਾਂ ਉੱਥੇ। ਉਹ ਕੀ ਹੈ ਸਾਰਾ? ਸਗਲ ਕਾਲ ਕਾ ਕੀਆ ਤਮਾਸ਼ਾ। ਬਾਣੀ ਵੀ ਪੜ੍ਹਦੇ ਹਾਂ, ਫਿਰ ਵੀ ਭਟਕਦੇ ਫਿਰਦੇ ਹਾਂ। ਬਿਨ ਨਾਮੇ ਜਗ ਕਮਲਾ ਫਿਰੇ। ਉਹ ਬੰਗਲਾ ਸਮਾਧ ਮਈਆਂ ਭਾਈ, ਬੰਗਲੇ ਵਾਲੀ। ਉਹ ਫਿਰ ਬੰਗਲਾ ਕਿਹਨੂੰ ਖਾਊਗਾ? ਜਿਹੜੇ ਉਹਨਾਂ ਕੋਲੇ ਜਾਣਗੇ ਉਹਨਾਂ ਨੂੰ ਹੀ ਖਾਊ, ਦੂਜਿਆਂ ਨੂੰ ਥੋੜ੍ਹੀ ਖਾਊਗਾ। ਜਿਹੜੇ ਜਾਂਦੇ ਹੀ ਨਹੀਂ ਉੱਥੇ, ਜਿਹੜੇ ਸਮਝ ਲੈਂਦੇ ਨੇ ਵੀ ਉਹ ਠੱਗ ਬੈਠਾ ਹੈ, ਵੀ ਇਹ ਠੱਗੀ ਲੱਗ ਰਹੀ ਹੈ ਸਾਡੇ ਨਾਲ, ਉਹ ਥੋੜ੍ਹੀ ਠੱਗੇ ਜਾਣਗੇ। ਜਿਹੜੇ ਆਪਦੇ ਆਪ ਨੂੰ ਨਹੀਂ ਸਮਝਦੇ, ਉਹਨਾਂ ਨੇ ਠੱਗੀ ਲੱਗਦੀ ਹੈ। ਸਰਦਾ ਵਾਲੇ, ਅੰਨੀ ਸਰਦਾ ਵਾਲੇ ਭਾਵੁਕ ਹੋ ਜਾਂਦੇ ਨੇ, ਮੈਨੂੰ ਉੱਥੋਂ ਉਹ ਮਿਲ ਗਿਆ, ਮੈਨੂੰ ਉੱਥੋਂ ਉਹ ਮਿਲ ਗਿਆ। ਬਾਣੀ ਪੜ੍ਹੋ ਨਾ, ਫਿਰ ਕੀ ਕਹਿੰਦੀ ਹੈ? ਜੰਮਣਾ ਮਰਨਾ ਹੁਕਮ ਹੈ, ਉਹਦੇ ਹੁਕਮ ਤੋਂ ਬਿਨਾਂ ਤਾਂ ਜਨਮ ਹੀ ਨਹੀਂ ਹੁੰਦਾ। ਤੈਨੂੰ ਕਿਵੇਂ ਮਿਲ ਗਿਆ? ਪਰ ਉਹੀ ਅਗਿਆਨਤਾ, ਉਹੀ ਭਰਮ, ਉਹੀ ਬੰਗਲੇ ਵਾਲੀ ਗੱਲ। ਫਿਰ ਉਹਨਾਂ ਨੂੰ ਹੀ ਬੰਗਲਾ ਖਾਊਗਾ, ਡੱਡੂਆਂ ਨੂੰ ਜਾਂ ਜਾਨਵਰਾਂ ਨੂੰ, ਜਿਹੜੇ ਉਹਦੇ ਕੋਲ ਦੀ ਨਿਕਲਣਗੇ। ਜਿਹੜੇ ਉਹਦੀ ਪਕੜ 'ਚ ਆਉਂਦੇ ਹੀ ਨਹੀਂ, ਜਿਹੜੇ ਸਮਝ ਲੈਂਦੇ ਨੇ ਵੀ ਅੱਖਾਂ ਵਿੱਚ ਹੀ ਬੈਠਾ ਠੱਗ ਆ ਇਹ, ਉਹ ਨਹੀਂ ਬਚ ਜਾਂਦੇ ਨੇ। ਇਵੇਂ ਆਪਾਂ ਬਚਣਾ। ਗੁਰਬਾਣੀ ਆਪਾਂ ਨੂੰ ਬਚਾਉਂਦੀ ਹੈ ਵੀ ਭਾਈ ਜਨਮ ਵਾਰ-ਵਾਰ ਨਹੀਂ ਮਿਲਦਾ। ਇਹ ਪੂਜਸ ਬੁਗਲ ਸਮਾਦਮ, ਮੁੱਖ ਝੂਠ ਭੂਖ ਅਨੁਸਾਰ। ਝੂਠ ਬੋਲ ਕੇ ਉਪਦੇਸ਼ ਦਿੰਦੇ ਨੇ। ਕੋਈ ਨਾਮ ਦੇ ਦਿੰਦਾ ਹੈ, ਕੋਈ ਕੁਛ ਦੇ ਦਿੰਦਾ ਵਾ। ਕਦੇ ਸੋਚਿਆ ਸੀ ਵੀ ਇਹ ਬਾਣੀ ਕਿਹਦੀ ਹੈ? ਰਾਈਟਰ ਕੌਣ ਹੈ ਇਹ? ਸਾਨੂੰ ਕੋਈ ਹੱਕ ਹੈਗਾ ਕਿਸੇ ਨੂੰ ਇਹ ਦੇਣ ਦਾ? ਪਰ ਦੇਖੇ ਕੌਣ? ਝੂਠ ਹੈ ਸੰਸਾਰ। ਕੂੜ ਰਾਜਾ ਕੂੜ ਪਰਜਾ, ਸਭ ਦੀ ਰੇਸ ਲੱਗੀ ਹੋਈ ਹੈ ਵੱਡਾ ਬਣਨ ਦੀ। ਇੱਕ ਦੂਜੇ ਤੋਂ ਮੈਂ ਪਿੱਛੇ ਨਾ ਰਹਿ ਜਾਵਾਂ। ਬਸ ਫਿਰ ਆਉਂਦੇ ਨੇ, ਜਾਈ ਜਾਂਦੇ ਨੇ ਜੰਮਣ ਮਰਨ ਨੂੰ। ਭਗਤ ਰਵਿਦਾਸ ਜੀ ਕੀ ਸਮਝਾਉਂਦੇ ਆ? ਹਰ ਜੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਪਾ ਕੇ ਰਵਿਦਾਸ। ਦੋਜਕ ਨਰਕਾਂ ਨੂੰ ਚਲੇ ਜਾਵਾਂਗੇ ਅਸੀਂ, ਜਿਹਨੇ ਬਾਣੀ ਛੱਡਤੀ, ਹਰ ਕਥਾ ਛੱਡਤੀ।
ਇਹ ਇੱਛਾ ਰੱਖਣੀ ਹੈ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਕੁਦਰਤ 'ਤੇ ਭਰੋਸਾ ਕਰਨਾ ਬਾਣੀ ਆਪਾਂ ਨੂੰ ਬਾਰ-ਬਾਰ ਉਪਦੇਸ਼ ਦੇ ਕੇ ਸਮਝਾਉਂਦੀ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਸੀਹੇ ਜਲ ਮੇ ਜਨ ਤੋ ਪਾਏ ਤਿਨਾ ਵੀ ਰੋਜੀ ਦੇ। ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾਂ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੇ ਬੇਪਰਵਾਹ। ਅਨੇਕਾਂ ਉਪਦੇਸ਼ ਪਏ ਨੇ। ਸੈਲ ਪੱਥਰ ਮੇ ਜਨ ਤੋ ਪਾਏ ਤਾਂ ਕਾ ਰਿਜਕਾ ਕੇ ਕਰ ਤਰਿਆ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟ ਨਾ ਵੀ ਅਗਨਤ ਪਰੇ ਭੰਡਾਰ। ਉਹਦੇ ਕੋਲ ਕਮੀ ਹੈ ਭਾਈ ਕੋਈ? ਆਨੰਦ ਸਾਹਿਬ ਵੀ ਰੋਜ਼ ਪੜ੍ਹਦੇ ਆ ਗੁਰੂ ਘਰਾਂ 'ਚ। ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਫਿਰ ਉਹਦੀ ਮਰਜ਼ੀ ਤੋਂ ਬਿਨਾਂ ਆਪਾਂ ਕਿਵੇਂ ਲੈ ਲਾਂਗੇ? ਫਿਰ ਵੀ ਆਪਾਂ ਜਾਣਦੇ ਵੀ ਉੱਥੋਂ ਲੈ ਲਾਂਗੇ। ਜਾਓ ਫਿਰ, ਉਹ ਤਾਂ ਕਾਲ ਦੇ ਬਸ ਹੈ। ਸਗਲ ਕਾਲ ਕਾ ਕੀਆ ਤਮਾਸ਼ਾ। ਕਾਲ ਦੇ ਬਸ ਜਿੱਥੇ ਜੀ ਕਰੂਗਾ ਮਾਰੂਗਾ। ਇਹ ਬੰਗਲਾ ਭਗਤੀਆਂ ਨੇ ਭਾਈ, ਇਹ ਤੋਂ ਬਚਣਾ ਆਪਾਂ। ਮੁੱਖ ਝੂਠ ਭੋਖਣ ਸਾਰ। ਮਾਇਆ ਖਰੀ ਲੈਂਦੇ ਨੇ, ਉਪਦੇਸ਼ ਝੂਠਾ ਕਰਦੇ ਨੇ। ਉਪਦੇਸ਼ ਵੀ ਉਹਨਾਂ ਦਾ ਆਪਦਾ ਨਹੀਂ ਹੈਗਾ, ਦੂਇਆਂ ਦੇ ਗ੍ਰੰਥ ਲੈ ਕੇ ਉਹਨਾਂ 'ਚੋਂ ਦੇ ਦਿੰਦੇ ਨੇ। ਅਸੀਂ ਅਗਿਆਨੀ ਹਾਂ, ਫਿਰ ਉਹਨੂੰ ਰੜਦੇ ਰਹਿੰਦੇ ਹਾਂ। ਜੇ ਅਸੀਂ ਸੰਸਾਰੀ ਭਾਵ ਲਈਏ, ਕਿਸੇ ਚੌਂਕ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਡਾਇਰੈਕਸ਼ਨਾਂ ਹੁੰਦੀਆਂ ਚਾਰੇ ਪਾਸਾਂ ਨੂੰ। ਜਿੱਧਰ ਨੂੰ ਰਸਤੇ ਜਾਂਦੇ ਨੇ। ਜਿਵੇਂ ਉੱਥੇ ਚੰਡੀਗੜ੍ਹ ਲਿਖਿਆ, ਅਸੀਂ ਉੱਥੇ ਖੜ੍ਹ ਜਾਈਏ ਜਾ ਕੇ ਚੰਡੀਗੜ੍ਹ 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 ਕਰੀ ਜਾਈਏ ਤਾਂ ਪਹੁੰਚ ਜਾਵਾਂਗੇ। ਉਹ ਭਾਈ ਤੁਰੇ 'ਤੇ ਪਹੁੰਚਾਂਗੇ। ਇਸ ਲੋਕ ਦਾ ਗਾਹਾਂ ਸਾਰ ਆ ਜਾਣਾ, ਬਿਨ ਸਤਿਗੁਰ ਬਾਟ ਨਾ ਪਾਏ। ਉਹ ਰਸਤਾ ਤਾਂ ਤੁਹਾਡਾ ਸ਼ੁਰੂ ਹੀ ਨਹੀਂ ਹੋਇਆ, ਪਹੁੰਚੋਗੇ ਕਿਵੇਂ? ਫਿਰ ਅਸੀਂ ਰਟਣ ਜੋਗ 'ਚ ਲੱਗ ਜਾਂਦੇ ਹਾਂ, ਉਹਨਾਂ ਦੇ ਪੱਕੇ ਗ੍ਰਾਹਕ ਬਣ ਜਾਂਦੇ ਹਾਂ। ਬਸ ਐਂ ਸੰਸਾਰ ਚੱਲਦਾ ਰਹਿੰਦਾ ਔਰ ਚੱਲਦਾ ਹੀ ਰਹੂਗਾ। ਜਿਹੜੇ ਗੁਰ ਕੇ ਚਰਨ ਫੜਨਗੇ ਬਾਣੀ, ਉਹ ਨਿਕਲ ਜਾਣਗੇ। ਮੁੱਖ ਝੂਠ ਭੋਖਣ ਸਾਰਮ। ਝੂਠ ਬੋਲਦੇ ਨੇ ਭਾਈ। ਕਬੀਰ ਜਹਾਂ ਗਿਆਨ ਤਹ ਧਰਮ ਹੈ ਜਾਂ ਝੂਠ ਤਾਂ ਪਾਪ ਕਰ ਰਹੇ ਨੇ। ਫਿਰ ਉਹਨਾਂ ਦਾ ਕੀ ਹਾਲ ਆ? ਦੇਖ ਲਓ, ਹਸਪਤਾਲਾਂ 'ਚ ਪਏ ਨੇ। ਫਿਰ ਉਹਨਾਂ ਨੂੰ ਮੁੜ ਕੇ ਆਉਣਾ ਪੈਂਦਾ ਹੈ। ਕਿਵੇਂ ਲੇਰਾਂ ਮਾਰਦੇ ਹਸਪਤਾਲਾਂ ਦੇ ਵਿੱਚ। ਇਹ ਉਹੀ ਨੇ ਸਾਰੇ ਪਾਪੀ, ਪਾਪ ਕਮਾਉਂਦੇ ਕਰਦੇ। ਹਾਏ ਹਾਏ। ਤ੍ਰਹਿ ਪਾਲ ਤੇ ਹਾਲ ਵਿਚਾਰਮ ਗਲਮਾਲਾ ਤਿਲਕ ਲਲਾਟਮ। ਇਹਨਾਂ ਨੂੰ ਧਰਮ ਮੰਨਿਆ ਜਾਂਦਾ ਸੀਗਾ। ਮਾਲਾ ਗਲ 'ਚ ਪਾਉਣੀ, ਤਿਲਕ ਲਾ ਲੈਣਾ, ਧੋਤੀ, ਇਹ ਬਸਤਰ ਉਸ ਟਾਈਮਾਂ ਦੇ ਧਰਮਾਂ ਦੇ ਸੀਗੇ। ਜਿਵੇਂ ਹੁਣ ਵੀ ਅਸੀਂ ਸਰੀਰ ਦੇ ਚਿੰਨ੍ਹ ਨੂੰ ਹੀ ਪ੍ਰਾਪਤੀ ਸਮਝਦੇ ਹਾਂ। ਸਰੀਰ ਦੇ ਔਕਾਰ ਜੋ ਅਸੀਂ ਪਾ ਲੈਂਦੇ ਹਾਂ, ਉਹਨੂੰ ਪ੍ਰਾਪਤੀ ਸਮਝਦੇ ਹਾਂ। ਨਹੀਂ ਭਾਈ, ਸਾਡੇ ਵੀ ਇਹੀ ਚੱਲ ਰਿਹਾ ਵਾ। ਇਹ ਪਹੌਲ ਅਸੀਂ ਲਈ ਹੈ, ਦਾਖਲਾ ਹੋ ਗਿਆ, ਅੱਗੇ ਚੱਲਣਾ ਆਪਾਂ। ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਗੁਰਦਰਸ਼ਨ ਕਿਵੇਂ ਕਰਾਂਗੇ ਫਿਰ? ਜੀ ਬੱਚਾ ਸਕੂਲ ਚਲਿਆ ਜਾਵੇ, ਵਰਦੀ ਪਾ ਲਵੇ, ਸਕੂਲ 'ਚ ਗੇੜਾ ਮਾਰਿਆ ਆਵੇ ਤਾਂ ਪੜ੍ਹ ਲੂ ਭਾਈ। ਉਹਨੂੰ ਪ੍ਰਾਪਤੀ ਹੋ ਜੂ। ਪਰ ਅਸੀਂ ਇਹ ਕਰਦੇ ਹਾਂ, ਨਹੀਂ ਕਰਨੀ। ਇਹ ਗਲਤੀ ਨਹੀਂ ਕਰਨੀ ਹੈਗੀ। ਸੁਣਨਾ, ਸਿੱਖਿਆ ਲੈਣੀ ਹੈ ਗੁਰੂ ਘਰ ਜਾ ਕੇ ਵੀ। ਜਿੱਥੇ ਧਾਰਮਿਕ ਸਮਾਗਮ ਹੁੰਦੇ ਨੇ, ਕਿਤੇ ਵੀ ਗੁਰੂ ਦੀ ਬਾਣੀ ਦਾ ਪ੍ਰਚਾਰ ਹੋ ਰਿਹਾ, ਗੁਰੂ ਕੇ ਪਿਆਰੇ ਕਰ ਰਿਹਾ, ਉਹਦੇ ਕੋਲ ਪੂਰਨ ਧਿਆਨ ਰੱਖਣਾ ਜਿੰਨੀ ਕਿ ਸਾਡੇ ਕੋਲ ਬੁੱਧੀ ਹੈ। ਫਿਰ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਜਿਵੇਂ ਬੱਚਾ ਸਕੂਲ ਜਾਵੇ, ਟੀਚਰ ਕੀ ਸਬਕ ਦੇ ਰਿਹਾ, ਕੀ ਲੈਸਨ ਦੇ ਰਿਹਾ, ਉਹਨੂੰ ਧਿਆਨ ਨਾਲ ਸੁਣੇ, ਫਿਰ ਉਹ ਪੜ੍ਹੂਗਾ, ਫਿਰ ਹੀ ਪਾਸ ਹੋਊਗਾ, ਫਿਰ ਹੀ ਉਹਦਾ ਮਨ ਟਿਕੂਗਾ। ਇਵੇਂ ਸਾਡਾ ਮਨ ਤਾਂ ਟਿਕਦਾ ਨਹੀਂ। ਸਾਰੇ ਹੀ ਕਹਿੰਦੇ ਮਨ ਨਹੀਂ ਟਿਕਦਾ। ਮਨ ਕਿਵੇਂ ਟਿਕੂ? ਮਨ ਟਿਕਣ ਵਾਲੇ ਕੰਮ ਹੀ ਨਹੀਂ ਕਰਦੇ। ਅਸੀਂ ਗੁਰੂ ਦੀ ਗੱਲ ਤਾਂ ਸੁਣਦੇ ਨਹੀਂ, ਗੁਰੂ ਨੂੰ ਉਪਦੇਸ਼ ਕਰਦੇ ਹਾਂ। ਅਵਰ ਉਪਦੇਸੇ ਆਪ ਨਾ ਕਰੇ। ਆਪ ਨਹੀਂ ਕਰਦੇ, ਗਲਤੀ ਨਹੀਂ ਕਰਨੀ ਹੈਗੀ। ਇਹ ਉਦੋਂ ਦੇ ਧਰਮ ਸੀਗੇ। ਪਿੱਛੇ ਵੀ ਆਪਾਂ ਵਿਚਾਰਿਆ ਇਹਨਾਂ ਨੇ ਕੀ ਵਿਚਾਰ ਕਰਨੀ ਹੈ, ਜਿਹ 'ਚ ਹੈ ਹੀ ਕੁਛ ਨਹੀਂ ਹੈਗਾ। ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ। ਜੇ ਆਪਾਂ ਨਿਸ਼ਚੇ ਨਾਲ, ਸ਼ੁਭ ਕਰਮਾਂ ਨਾਲ, ਬਾਣੀ ਨਾਲ ਜੁੜ ਕੇ ਲੱਗੇ ਰਹੀਏ, ਸਾਨੂੰ ਸਮਝ ਆ ਜਾਵੇ ਵੀ ਸਾਰੀ ਕਿਰਪਾ ਕਿਹਦੀ ਹੋ ਰਹੀ ਹੈ। ਬ੍ਰਹਮ ਦੀਸੇ ਬ੍ਰਹਮ ਸੁਣੀਏ। ਉਹਦੀ ਕਿਰਪਾ ਨਾਲ ਸਾਨੂੰ ਬਾਹਰ ਦਿਖ ਰਿਹਾ, ਉਹਦੀ ਕਿਰਪਾ ਨਾਲ ਸਾਨੂੰ ਸੁਣ ਰਿਹਾ ਵਾ। ਕੁਦਰਤ ਦਿਸੇ, ਕੁਦਰਤ ਸੁਣੀਏ, ਫਿਰ ਕਿਵੇਂ ਸਾਨੂੰ ਪ੍ਰਾਪਤੀ ਹੋਊਗੀ? ਬਾਣੀ ਦੀ ਵਿਚਾਰ ਨਾਲ। ਇਹ ਬ੍ਰਹਮ ਦੀ ਬਾਣੀ ਹੈ ਭਾਈ, ਸਤਿਗੁਰ ਦੀ ਬਾਣੀ ਹੈ। ਬ੍ਰਹਮ 'ਚ ਲੀਨ ਹੋਣਾ ਆਪਾਂ ਤਾਂ ਬੰਦੇ ਨੂੰ ਰੱਬ ਮੰਨੀ ਬੈਠੇ ਹਾਂ। ਇਹ ਤਿੰਨਾਂ ਮੱਤਾਂ ਬਾਰੇ ਆਪਾਂ ਨੂੰ ਸਮਝਾਇਆ ਸਤਿਗੁਰਾਂ ਨੇ। ਦੁਰਮਤ, ਮਨਮਤ, ਗੁਰਮਤ। ਇਹ ਗੁਰਮਤ ਹੈ ਡਾਇਰੈਕਟ, ਕਿਸੇ ਦੀ ਲੋੜ ਨਹੀਂ ਇਹਦੇ ਵਿੱਚ। ਸੁਣਨ ਵਿਚਾਰ ਨਾਲ ਜਦੋਂ ਗਿਆਨ ਪੈਦਾ ਹੁੰਦਾ ਹੈ, ਬੁੱਧੀ ਸਮਝ ਜਾਂਦੀ ਹੈ, ਅਕਲ ਆ ਜਾਂਦੀ ਹੈ ਸਾਨੂੰ। ਮੰਨੇ ਸੁਰਤ ਹੋਵੇ ਮਨ ਬੁੱਧ, ਸਮਝ ਕੇ ਬੁੱਧੀ ਮਨ ਮੰਨ ਜਾਂਦੇ ਨੇ, ਅਕਲ ਆ ਜਾਂਦੀ ਹੈ। ਸਗਲ ਭਵਨ ਕੀ ਸੁਧ, ਕਿਵੇਂ ਆਤਮਾ ਆਉਂਦੀ ਹੈ, ਕਿਵੇਂ ਜਾਂਦੀ ਹੈ, ਸਾਰਾ ਖੇਲ ਸਾਨੂੰ ਸਮਝ ਆ ਜਾਂਦਾ। ਪਰ ਜਿਹੜੇ ਪਿੱਛੇ ਪ੍ਰਚਲਿਤ ਮੱਤਾਂ ਚੱਲਦੀਆਂ ਸੀ, ਸਾਰੇ ਸਰੀਰ ਕਰਕੇ ਸੀ। ਹਟ ਜੋ, ਤਪ ਜੋ, ਉਹ ਜੋ ਕੀ ਪੈਦਾ ਹੋਣਾ? ਹੰਕਾਰ ਹੀ ਪੈਦਾ ਹੋਣਾ। ਅਨਕ ਤਪੱਸਿਆ ਕਰੇ ਹੰਕਾਰ। ਤੀਰਥਾਂ 'ਤੇ ਜਾ ਕੇ ਕੀ ਹੋਣਾ? ਹੰਕਾਰ ਹੀ ਹੋਣਾ। ਉੱਥੇ ਵੀ ਸਾਡੇ ਤੀਰਥ ਤਾਂ ਲੱਗਦਾ ਜੇ ਗੁਰਬਾਣੀ ਨੂੰ ਸੁਣਾਂਗੇ, ਜਾ ਕੇ ਵਿਚਾਰਾਂਗੇ ਵੀ ਸਾਨੂੰ ਸਤਿਗੁਰ ਕੀ ਸਮਝਾਉਂਦੇ ਆ। ਕਿਤੋਂ ਵੀ ਤਾਂ ਸਮਝ ਆ ਹੀ ਸਕਦੀ ਹੈ ਆਪਾਂ ਨੂੰ।
ਪਰ ਜੇ ਅਸੀਂ ਸੁਣਦੇ ਹੀ ਨਹੀਂ ਫਿਰ ਕਿਵੇਂ ਸਮਝ ਆਊਗੀ। ਜੀ ਜਾਣਸ ਬ੍ਰਹਮ ਕਰਮ, ਉਹ ਬ੍ਰਹਮ ਦੀ ਕਿਰਪਾ ਨਾਲ ਤਾਂ ਆਪਾਂ ਆਏ 84 ਲੱਖ ਜੂਨੀ ਤੱਕ ਪਹੁੰਚੇ ਆਪਾਂ। ਇਹ ਪਾਰ ਕਰਕੇ ਆਏ ਹਾਂ। ਹੂੰ ਆਇਆ ਦੂਰੋਂ ਚੱਲ ਕੇ ਧੱਕੀ ਤੋਂ ਅਸਰਨ ਆਏ ਜਿਉ ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ। ਸਾਰੇ ਦੁੱਖਾਂ ਦਾ ਨਿਵਾਰਨ ਕਰਨਾ ਸੀ, ਉਹਦੇ ਚਰਨਾਂ ਨਾਲ ਜੁੜ ਕੇ ਹੋਰ ਹੀ ਕੁਛ ਕਰਨ ਲੱਗ ਗਏ ਇਸ ਤਾਂ ਇੱਥੇ ਆ ਕੇ। ਫਿਰ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਜੀਤ ਨਾ, ਮਰਨਾ ਹੀ ਭੁੱਲੇ ਬੈਠੇ ਆ। ਇਹ ਮ੍ਰਿਤ ਲੋਕ ਹੈ, ਇਹ ਸਰੀਰ ਛੱਡਣਾ ਪੈਣਾ ਆਪਾਂ ਨੂੰ। ਮਰ ਲਿਖਾਏ ਮੰਡਲ ਮੇ ਆਏ, ਇਹ ਬਾਇਓਡਾਟਾ ਆਪਣਾ ਲਿਖਿਆ ਜਾਂਦਾ। ਇੱਕ ਸਕਿੰਟ ਵੀ ਇੱਥੇ ਨਹੀਂ ਰਹਿ ਸਕਦੇ ਉਹਦੇ ਹੁਕਮ ਤੋਂ ਬਿਨਾਂ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਆ ਜਾਓ ਦੇਖ ਲਓ ਤੇਲ ਪਾ ਕੇ ਫਿਰ ਨਾਮ ਦਾ ਕਿੰਨਾ ਲਿਖਿਆ ਹੋਇਆ। ਸਾਰੇ ਨੂੰ ਵਿਚਾਰਨਾ ਮਿਲ ਕੇ ਫਿਰ ਸਮਝ ਆਉਣੀ ਹੈ। ਗੁਰੂ ਕੇ ਸਿੱਖ ਬਣਨਾ, ਸਰੀਰ ਕਰਕੇ ਤਾਂ ਅਸੀਂ ਬਣ ਜਾਂਦੇ ਹਾਂ, ਆਤਮਾ ਤੋਂ ਕੋਰੇ ਹਾਂ। ਜੇ ਆਤਮਾ ਤੋਂ ਕੋਰੇ ਹਾਂ ਫਿਰ ਕਿਵੇਂ ਬ੍ਰਹਮ ਨੂੰ ਜਾਣਾਂਗੇ। ਸਤਿਗੁਰੂ ਜਾਗਤਾ ਹੈ ਦਿਓ, ਬ੍ਰਹਮ ਤਾਂ ਜਾਗ ਰਿਹਾ ਵਾ। ਮਨ ਹਰ ਇੱਕ ਜੂਨੀ ਜਾ ਕੇ ਸੌਂ ਜਾਂਦਾ ਹੈ। ਜੋ ਜਾਗਦਾ ਸੀ ਤਈਓ ਪੌੜੀਆਂ ਚੜ੍ਹਦੇ ਤੱਕ ਆ ਗਿਆ। ਕਰਮ ਕਿਰਪਾ ਤਾਂ ਉਹ ਕਰਦਾ ਰਿਹਾ ਸਾਡੇ ਤੇ, ਅਸੀਂ ਕਰਮ ਕਰਨ ਲੱਗੇ ਲੋਕਾਂ ਤੇ। ਜੇ ਜਾਣਸ ਬ੍ਰਹਮ ਕਰਮ, ਜੇ ਜਾਣ ਲਓਗੇ ਨਾ ਸਾਰੇ ਜਿੰਨੇ ਪਿੱਛੇ ਕੀਤੇ ਸਾਰੇ ਫੋਕਟ ਨੀਚੋ ਕਰਮ, ਕੋਈ ਫਲ ਨਹੀਂ ਉਹਦੇ ਵਿੱਚ ਹੈਗਾ। ਫਲ ਕੀ ਹੁੰਦਾ? ਧਰਮ ਫੁੱਲ। ਧਰਮ 'ਚ ਕਿਉਂ ਜਾਈਦਾ? ਧਰਮ ਨੂੰ ਸਮਝਣ ਖਾਤਰ। ਧਰਮ ਹੈ ਕੀ? ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਜੇ ਕੋਈ ਝੂਠ ਕਿਸੇ ਨੂੰ ਦੇ ਰਿਹਾ ਪਾਪ ਕਰ ਰਿਹਾ, ਜੇ ਝੂਠ ਨਾਲ ਜੋੜ ਰਿਹਾ ਪਾਪ ਕਰ ਰਿਹਾ। ਜਹਾਂ ਲੋਭ, ਜੇ ਕੋਈ ਲੋਭ ਦੇ ਰਿਹਾ ਤਾਂ ਕਾਲ ਹੈ, ਕਾਲ ਦਾ ਪਹਿਰਾ ਹੈ ਉੱਤੇ। ਚਾਹੇ ਖਿਮਾ ਤਾਂ ਆਪ ਹੈ। ਇਹ ਖਿਮਾ ਵਾਲਾ ਮਾਰਗ ਹੈ। ਇੱਥੇ ਮੁਕਤੀ ਮਿਲਣੀ ਹੈ ਆਪਾਂ ਨੂੰ, ਛੁਟਕਾਰਾ ਮਿਲਣਾ ਹੈ ਜੇ ਜਾਣਾਂਗੇ। ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ, ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਬਾਟ ਨਾ ਪਾਵੇ। ਇਹ ਨਿਸ਼ਚਾ ਕਰਕੇ ਮੰਨਣਾ ਹੈ, ਇਹ ਸ਼ੁਭ ਕਰਮਨ ਹੈ। ਸ਼ੁਭ ਕਰਮਨ ਤੇ ਕਹੋ ਨਾ ਡਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਦੋ ਕਰਮ ਨੇ ਸੰਸਾਰ ਦੇ ਵਿੱਚ, ਇੱਕ ਦੁਕਿਰਤ ਸੁਕਿਰਤ। ਸੁਕਿਰਤ ਕੀ ਹੈ? ਬਾਣੀ। ਇਹ ਆਤਮਾ ਕਰਕੇ ਆ ਜਿਹੜੇ ਸੰਸਾਰੀ ਕਰਮ ਅਸੀਂ ਕਰਦੇ ਹਾਂ। ਦੁਕਿਰਤ ਉਹ ਸੰਸਾਰ ਕਰਕੇ ਹੈ। ਉਹ ਕੁਦਰਤ ਸਾਰਿਆਂ ਨੂੰ ਦੇ ਹੀ ਰਹੀ ਹੈ, ਸਾਰਿਆਂ 'ਤੇ ਕਿਰਪਾ ਕਰ ਰਹੀ ਹੈ। ਕੋਈ ਸਤਿਗੁਰਾਂ ਨੇ ਸਮਝਾਇਆ ਪਿਛਲੇ ਧਰਮ ਵਾਲਿਆਂ ਨੂੰ, ਪੜ੍ਹੀ ਪੁਸਤਕ ਸੰਧਿਆ ਬਾਅਦ, ਭਾਈ ਧਰਮ ਗ੍ਰੰਥ ਪੜ੍ਹੀ ਦੇ ਨੇ ਮਿਲਾਪ ਖਾਤਰ। ਬਾਣੀ ਮਿਲਾਪ ਕਰਾਉਂਦੀ ਹੈ, ਵਾਦ ਵਿਵਾਦ ਨਹੀਂ ਕਰੀਦਾ ਹੁੰਦਾ। ਅਸੀਂ ਵੀ ਉਹੀ ਕੰਮ ਕਰੀ ਜਾਂਦੇ ਹਾਂ, ਵਾਦ ਵਿਵਾਦ ਕਰੀ ਜਾਂਦੇ, ਇੱਕ ਦੂਏ ਨੂੰ ਖਿੱਚੀ ਜਾਂਦੇ ਹਾਂ। ਜੇ ਗੁਰਮਤਿ 'ਤੇ ਆ ਕੇ ਵੀ ਸਾਡਾ ਵਾਦ ਵਿਵਾਦ ਨਹੀਂ ਖਤਮ ਹੋਇਆ, ਹੋਰ ਤਾਂ ਕੋਈ ਫਿਰ ਵਿਧੀ ਹੀ ਨਹੀਂ ਹੈਗੀ ਭਾਈ, ਹੋਰ ਤਾਂ ਕੋਈ ਧਰਮ ਹੈ ਹੀ ਨਹੀਂ। ਜਿਹੜੇ ਪਿੱਛੇ ਧਰਮ ਆਪਾਂ ਦੇਖਦੇ ਹਾਂ ਉਹ ਸਾਰੀ ਮਾਨਵ ਸੋਚ ਹੈ। ਗੁਰਮਤਿ 'ਤੇ ਆ ਕੇ ਏਕਤਾ ਹੁੰਦੀ ਹੈ। ਇੱਕ ਹੋਏ ਤਾਂ ਉਗਵੇ। ਬਾਣੀ ਇੱਕ ਦਾ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇਹ ਯੁੱਗ ਮੇ ਏਕੇ ਕੋ ਆਇਆ ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਇੱਕ ਹੋਣਾ ਆਪਾਂ, ਇੱਕ ਹੋਣ ਆਏ ਹਾਂ। ਆਓ ਸਾਰੇ ਨੂੰ ਮਿਲ ਕੇ ਵਿਚਾਰੀਏ ਸਤਿਗੁਰ ਕੀ ਸਮਝਾਉਂਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦਮ ਸਿਰ ਪੂਜਸ ਬੁਗਲ ਸਮਾਦ। ਵਿੱਚ ਛੱਡ ਦੇਣੇ ਆਪਾਂ ਕਰਮ ਜਿਹੜੇ ਕਰਦੇ ਆਏ ਹਾਂ। ਇਹ ਸਭ ਭਰਮ ਹੈ, ਇਹ ਸਭ ਕਾਲ ਦੇ ਬਸ ਹੈ। ਸਗਲ ਕਾਲ ਕਾ ਕੀਅਤ ਮਸ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਧਰਮ ਸੁੱਖ ਦਾ ਵਿਸ਼ਾ ਹੈ, ਦੁੱਖ ਦਾ ਨਹੀਂ ਹੁੰਦਾ ਹੈ। ਧਰਮ ਸਾਨੂੰ ਸੁੱਖ ਦਿੰਦਾ ਹੈ, ਗਿਆਨ ਨਾਲ ਸਾਨੂੰ ਸੁੱਖ ਮਿਲਦਾ ਹੈ। ਸੁੱਖ ਤੇਰਾ ਦਿੱਤਾ ਲਈਏ, ਆਓ ਉਹਦੇ ਚਰਨਾਂ 'ਚ ਪਹੁੰਚੀਏ। ਬਾਣੀ ਨੂੰ ਵਿਚਾਰ ਕੇ ਸੰਸਾਰ ਤੋਂ ਛੁਟਕਾਰਾ ਪਾਈਏ, ਮੁਕਤੀ ਲਈਏ। ਮੁਕਤੀ ਦਾ ਮਾਰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।